ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਉਹ ਖਬਰ ਤੇ ਅਟਕ ਤੋਂ ਹੈ, ਪਰ ਖਬਰ ਤੁਰੀ ਹੈ ਚਨਿਓਟ ਤੋਂ। ਹੁਣ ਆਪਣੀ ਕਿਵੇਂ ਅਟਕ, ਇਹ ਬੜੀ ਖਾਸ ਗੱਲ ਹੈ, ਤੁਹਾਨੂੰ ਬਾਅਦ 'ਚ ਦੱਸਾਂਗੇ। ਪਹਿਲਾਂ ਖਬਰ ਦੱਸ ਦਈਏ ਤੁਹਾਨੂੰ। ਖਬਰ ਹੈ ਕਿ ਅਟਕ ਦੇ ਵਿੱਚ 28 ਲੱਖ ਟਨ ਸੋਨੇ ਦੇ ਜ਼ਖਾਇਰ ਦਰਿਆਫਤ ਹੋਏ ਨੇ। ਬੱਲੇ ਬੱਲੇ ਬੱਲੇ। ਤੇ ਮਾਲੀਅਤ ਉਹਨਾਂ ਦੀ ਜਿਹੜੀ ਹੈ ਉਹ ਹਜ਼ਾਰਾਂ ਅਰਬਾਂ ਦੇ ਵਿੱਚ ਹੈ ਤੇ ਉਹ ਹੁਣ ਪਾਕਿਸਤਾਨ ਦੀਆਂ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ ਔਰ ਅਸੀਂ ਜਿਹੜੇ ਨੇ ਉਹ ਕਰਜ਼ੇ ਦੇਣੇ ਸ਼ੁਰੂ ਕਰ ਦੇਣੇ ਨੇ। ਸਵਿਟਜ਼ਰਲੈਂਡ ਤੇ ਨਾਰਵੇ ਤੇ ਯੂਨਾਈਟਿਡ ਕਿੰਗਡਮ ਤੇ ਅਮਰੀਕਾ ਤੇ ਪਤਾ ਨਹੀਂ ਕਿਹਨੂੰ ਕਿਹਨੂੰ ਰੁਪਈਆ ਹੀ ਇੰਨਾ ਆ ਜਾਣਾ। ਸੋਨਾ ਨਿਕਲ ਹੀ ਇੰਨਾ ਆਇਆ 28 ਲੱਖ ਟਨ। ਸੋਚੋ ਸਾਂਭਾਂਗੇ ਕਿਵੇਂ ਇੰਨਾ ਸੋਨਾ। ਹੁਣ ਤੁਸੀਂ ਆਖੋ ਵੀ ਮੈਂ ਪਹਿਲਾਂ ਆਖਿਆ ਵੀ ਇਹ ਚਨਿਓਟ ਤੋਂ ਖਬਰ ਤੁਰੀ ਤੇ ਅਟਕ ਪਹੁੰਚੀ। ਇਹ ਕਿਵੇਂ ਪਹੁੰਚੀ? ਕਿਸੇ ਲਾਰੀ ਤੇ ਬੈਠੀ, ਗੱਡੇ ਤੇ ਬੈਠੀ ਜਾਂ ਸੋਸ਼ਲ ਮੀਡੀਆ ਦੇ ਥਰੂ? ਨਾ ਜਨਾਬ, ਇਸ ਤਰ੍ਹਾਂ ਨਹੀਂ। ਇਹਦੇ ਲਈ ਇੱਕ ਡਿਫਰੈਂਟ ਟੈਕਨੋਲੋਜੀ ਹੈ ਜਿਹੜੀ ਇਸਤੇਮਾਲ ਹੋਈ। ਉਹ ਹੈ ਸੀਨਾ ਬਸੀਨਾ, ਨਸਲ ਦਰ ਨਸਲ। ਹਾਂਜੀ, ਇਹ ਸ਼ਰੀਫ ਟੱਬਰ ਨੇ ਪਹਿਲਾਂ ਵੀ ਇਹ ਕਾਰਵਾਈ ਪਾਈ ਸੀ। ਜਦੋਂ ਇਹਨਾਂ ਦੇ ਗਾਰਡਰ ਲਿਫ ਜਾਣ, ਉਹ ਮੁਗਲ ਦੇ ਗਾਰਡਰ ਤੇ TR ਇੱਕ ਇਸ਼ਤਿਹਾਰ ਆਉਂਦਾ ਸੀ, ਉਹਦੇ 'ਚੋਂ ਆ ਕੇ ਪੁੱਛਦੇ ਸਨ ਵੀ ਤੇਰੇ ਗਾਰਡਰ ਲਿਫ ਗਏ ਨੇ। ਅੱਜ ਕੱਲ੍ਹ ਸ਼ਰੀਫਾਂ ਦੇ ਗਾਰਡਰ ਲਿਫੇ ਨੇ। ਜਿਸ ਵੇਲੇ ਇਹਨਾਂ ਦੇ ਗਾਰਡਰ ਲਿਫ ਜਾਣ ਤੇ ਉਸ ਵੇਲੇ ਫਿਰ ਇਹੋ ਜਿਹਾ ਧਤੂਰਾ ਛੱਡਦੇ ਨੇ, ਕਿਉਂਕਿ ਚਾਚੇ ਨੇ ਪਿਓ ਨੇ ਰਲ ਕੇ ਚਨਿਓਟ 'ਚ ਛੱਡਿਆ ਸੀ ਵੀ ਚਨਿਓਟ 'ਚੋਂ ਸੋਨਾ ਨਿਕਲ ਆਇਆ। ਉਸ ਤੋਂ ਬਾਅਦ ਪਤਾ ਲੱਗਾ ਵੀ ਉੱਥੇ ਕੋਈ ਮੁੰਡਾ ਸੀ ਜਿਹੜਾ ਨਿਕਲ ਆਇਆ ਸੀ ਘਰੋਂ, ਉਹਦਾ ਨਾਂ ਸੋਨਾ ਸੀ ਤੇ ਉਹ ਲਾਹੌਰ ਆ ਗਿਆ ਸੀ ਕੰਮ ਕਰਨ ਵਾਸਤੇ। ਇਹਨਾਂ ਆਖਿਆ ਵੀ ਜ਼ਮੀਨ 'ਚੋਂ ਸੋਨਾ ਨਿਕਲ ਆਇਆ। ਬਹਰਹਾਲ ਇੰਨਾ ਹੀ ਨਹੀਂ, ਦੋਵੇਂ ਭਰਾ ਉੱਥੇ ਅੱਪੜ ਵੀ ਗਏ ਸੀ ਤੇ ਉਹ ਜਿਹੜਾ ਲੋਹੇ ਦਾ ਕੋਈ ਪੈਪ ਹੱਥ ਦੇ ਵਿੱਚ ਕਿਸੇ ਕਬਾੜੀਏ ਕੋ ਫੜਿਆ ਸੀ, ਉਹ ਫੜ ਲੋਕਾਂ ਨੂੰ ਦੱਸਦੇ ਸਨ ਵੀ ਇਹ ਨਿਕਲਿਆ, ਇੱਥੇ ਸੋਨੇ ਦੇ ਲੱਖਾਂ ਟਨ ਨਿਕਲ ਆਏ ਨੇ ਤੇ ਹੁਣ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਹੁਣ ਤੁਸੀਂ ਹੁਣ ਵੀ ਜਾਓ ਚਨਿਓਟ ਤੇ ਉੱਥੇ ਜਿਹੜੇ ਹਾਲਾਤ ਨੇ ਉੱਥੇ ਉਹੀ ਨੇ। ਉੱਥੇ ਲੋਕੀ ਦੇਸੀ ਪੀ ਕੇ ਵਿਚਾਰੇ ਹਸਪਤਾਲਾਂ 'ਚ ਪੜਦੇ ਨੇ ਤੇ ਉੱਥੇ ਫਿਰ ਜੋ ਹੁੰਦਾ ਦੇਸੀ ਪੀਣ ਵਾਲਿਆਂ ਨਾਲ ਉਹ ਤੁਹਾਨੂੰ ਪਤਾ ਹੀ ਹੈ। ਤੇ ਕਹਿਣ ਦਾ ਮਤਲਬ ਮੇਰਾ ਤੁਹਾਡੇ ਨਾਲ ਜਨਾਬ ਨਾਲ ਇਹ ਹੈ ਕਿ ਚਨਿਓਟ ਵੀ ਉਹੋ ਜਿਹਾ ਹੀ ਰਿਹਾ, ਨਾ ਉੱਥੋਂ ਸੋਨਾ ਨਿਕਲਿਆ। ਹਜੇ ਤੱਕ ਧੂੜ ਹੀ ਤੋਂ ਮੰਡਈ ਹੈ ਸੜਕਾਂ ਦੇ ਉੱਤੇ। ਤੇ ਮੇਰਾ ਮਤਲਬ ਗੱਲ ਕਿਸੇ ਪਾਸੇ ਜਿਹੜੀ ਉਹ ਲੱਗੀ ਨਹੀਂ ਉਸ ਸੋਨੇ ਦੀ ਬਾਤ ਦੇ ਵਿੱਚ, ਕਿਉਂਕਿ ਸੋਨਾ ਹੈ ਹੀ ਕੋਈ ਨਹੀਂ ਸੀ, ਝੂਠੋ ਝੂਠ 44 ਸੀ। ਔਰ ਕਈ ਵਾਰੀ ਤੁਹਾਨੂੰ ਵੀ ਦੱਸੀਏ ਵੀ ਕਿਤੇ ਜ਼ਮੀਨ 'ਚ ਥੋੜ੍ਹਾ ਬਹੁਤ ਸੋਨਾ ਅਗਰ ਨਿਕਲ ਵੀ ਆਵੇ, ਹੁਣ ਚਨਿਓਟ ਵਾਲਿਆਂ ਗੁੱਸਾ ਕਰ ਲੈਣਾ ਵੀ ਗਿੱਲ ਸਾਹਿਬ ਸਾਡੇ ਕੋਲ ਤਾਂ ਬੜਾ ਸੋਨਾ ਹੈ, ਤੁਸੀਂ ਸਾਡੀ ਜ਼ਮੀਨ ਨੂੰ ਐਵੇਂ ਕਹੀ ਜਾਂਦੇ ਹੋ। ਬਈ ਕਈ ਵਾਰੀ ਥੋੜ੍ਹਾ ਬਹੁਤ ਸੋਨਾ ਹੁੰਦਾ ਵੀ ਹੈ, ਪਰ ਸੋਨਾ ਹੁੰਦਾ 10 ਰੁਪਈਆਂ ਦਾ, ਉਹਨੂੰ ਕੱਢਣ ਦੇ ਉੱਤੇ ਲੱਗ ਜਾਣੇ 30 ਰੁਪਈਏ। ਤੇ ਉਹ ਫਿਰ ਪੂਰੀ ਦੁਨੀਆ 'ਚ ਇਹੋ ਜਿਹੇ ਸੋਨੇ ਨੂੰ ਨਹੀਂ ਕੱਢਿਆ ਜਾਂਦਾ। ਜਿੱਤੇ ਕੱਢਣ ਦੇ ਬਹੁਤੇ ਰੁਪਈਏ ਲੱਗਣ ਤੇ ਉਹਦੀ ਜਿਹੜੀ ਕੁਆਲਿਟੀ ਉਹ ਵੀ ਪੂਅਰ ਹੋਵੇ, ਬਾਅਦ 'ਚੋਂ ਪੈਸੇ ਵੀ ਰਿਕਵਰ ਨਾ ਹੋਣੇ ਹੁੰਦੇ ਹੋਣ। ਲੇਕਿਨ ਹੁਣ ਅਟਕ ਦੇ ਵਿੱਚ ਵੀ ਇਹਨਾਂ ਨੇ ਇਹੀ ਭੰਬੀਰੀ ਭੰਬਾਈ ਹੈ। ਤੇ ਹੁਣ ਜਨਾਬ ਬਾਜੀ ਮਰੀਮ ਨੇ ਅੱਜ ਇੱਕ ਮੀਟਿੰਗ ਜਿਹੜੀ ਹੈ ਉਹ ਚੇਅਰ ਕਰਨੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਕੰਮ ਪਾਉਣਾ ਹੈ। ਅੱਛਾ, ਦੂਜੀ ਖਬਰ ਤੁਹਾਨੂੰ ਦਿੰਦੇ ਜਿਹੜੀ ਬਾਜੀ ਮਰੀਮ ਦੇ ਲਾਗੇ, ਬਿਲਕੁਲ ਲਾਗੇ ਔਰ ਕੋਲ ਵਾਲੇ ਲੋਕ ਨੇ, ਉਹਨਾਂ ਦੇ ਬਾਰੇ ਤੁਹਾਨੂੰ ਖਬਰ ਦਿੰਦੇ ਕਿ ਉੱਥੋਂ ਇਹ ਪਤਾ ਲੱਗਾ ਹੈ, ਜਿਹੜੇ ਤੁਹਾਨੂੰ ਪਤਾ ਹੈ ਵੀ ਉੱਥੇ ਪੁਲਿਸ ਡਿਊਟੀ 'ਤੇ ਇੱਧਰ ਉੱਧਰ ਲੋਕ ਨੇ, ਉਹਨਾਂ ਦੇ ਕੋਲੋਂ ਫਿਰ ਸਾਨੂੰ ਪਤਾ ਲੱਗ ਹੀ ਜਾਂਦਾ ਹੈ। ਉਹ ਦੱਸ ਰਹੇ ਨੇ ਕਿ ਹੁਣ ਉੱਥੇ ਅੰਦਰਲੇ ਖਾਤੇ ਗੱਲਬਾਤ ਇਹ ਹੋਈ ਹੈ ਕਿ ਹੁਣ ਸਟੂਡੈਂਟਾਂ ਦੇ ਨਾਲ ਜਿਹੜਾ ਨਾ ਬਾਜੀ ਮਰੀਮ ਦਾ ਖਾਸ ਕਿਸਮ ਦਾ ਇੰਟਰੈਕਸ਼ਨ ਕਰਾਉਣਾ। ਹਾਂਜੀ, ਜਿਹੜੇ ਸਟੂਡੈਂਟ ਨੇ ਯੂਨੀਵਰਸਿਟੀਆਂ ਦੇ ਨੌਜਵਾਨ ਨੇ, ਉਹ ਉਹਨਾਂ ਨੂੰ ਬਾਜੀ ਦੇ ਨਾਲ ਮਿਲਵਾਉਣਾ ਹਰ ਸੂਰਤ। ਸਿਆਲਕੋਟ ਵੀ ਬਾਜੀ ਜਾਏਗੀ, ਹੋਰ ਸ਼ਹਿਰਾਂ 'ਚ ਵੀ ਜਾਏਗੀ, ਉਕਾੜੇ ਵੀ ਸ਼ਾਇਦ ਬਾਜੀ ਜਾਏਗੀ, ਹੋਰ ਥਾਵਾਂ 'ਤੇ ਵੀ ਹੁਣ ਜਾਏਗੀ ਆਉਣ ਵਾਲੇ ਦਿਨਾਂ 'ਚ। ਔਰ ਤੁਸੀਂ ਵੇਖੋਗੇ ਵੀ ਉੱਥੇ ਸਟੂਡੈਂਟਾਂ ਨਾਲ ਹਰ ਥਾਂ 'ਤੇ ਇੰਟਰੈਕਸ਼ਨ ਕਰਨ ਦੀ ਬਾਜੀ ਕੋਸ਼ਿਸ਼ਾਂ ਕਰੇਗੀ, ਸੈਲਫੀਆਂ ਲਏਗੀ, ਜੱਫੀਆਂ ਪਾਏਗੀ। ਜਿਹੜੀਆਂ ਫੀਮੇਲ ਸਟੂਡੈਂਟਾਂ ਹੋਣਗੀਆਂ ਉੱਥੇ ਉਹਨਾਂ ਨੂੰ ਕਿਸੇ ਦਾ ਸਿਰ ਚੁੰਮੇਗੀ, ਪੂਰੀ ਵੀਡੀਓ ਸ਼ੀਡੀਓ ਬਣੇਗੀ। ਕਭੀ ਸਾਸ ਵੀ ਬਹੂ ਥੀ ਵਾਲਾ ਪੂਰਾ ਡਰਾਮਾ ਜਿਹੜਾ ਉੱਥੇ ਜਨਾਬ ਪੂਰੇ ਦਾ ਪੂਰਾ ਆਰਕੈਸਟ੍ਰੇਟ ਕੀਤਾ ਜਾਏਗਾ ਤੇ ਸਿਰਫ ਦੱਸਿਆ ਜਾਏਗਾ ਵੀ ਪੰਜਾਬ 'ਚ ਮਾਂ ਦੀ ਹਕੂਮਤ ਹੈ। ਕੱਲ੍ਹ ਅਸਾਂ ਆਪਣੇ ਜਿਹੜਾ ਸਾਡਾ ਇੱਕ ਉਰਦੂ ਵੀਲੌਗ ਹੈ ਉਹਦੇ ਵਿੱਚ ਇਹ ਪੂਰੇ ਦਾ ਪੂਰਾ ਪੈਕੇਜ ਰੱਖਿਆ ਸੀ, ਜਿਹੜਾ ਸ਼ਸ਼ੀ ਕਪੂਰ ਅਤੇ ਅਮਿਤਾਭ ਬੱਚਨ ਦੀ ਫਿਲਮ ਸੀ, ਜਿਹਦੇ 'ਚ ਉਹਨੇ ਆਖਿਆ ਸੀ ਵੀ ਮੇਰੇ ਕੋਲ ਮਾਂ ਹੈ, ਤੇਰੇ ਕੋਲ ਕੀ ਹੈ। ਤੇ ਉਹਦੇ ਉੱਤੇ ਇੱਕ ਪੈਕੇਜ ਬਣਿਆ ਸੀ, ਉਹ ਮੇਰਾ ਖਿਆਲ 10 ਸੈਕਿੰਡ ਦਾ। ਇਹ ਜ਼ਰਾ ਸੁਣ ਲਓ। प्रॉपर्टी है, बैंक बैलेंस है, बंगला है, गाड़ी है, क्या है तुम्हारे पास? मेरे पास माँ है। ਸੁਣ ਲਿਆ ਜੀ। ਇੱਕ ਪਾਸੇ ਬਾਜੀ ਆਂਦੀ ਵੈ ਮਾਂ ਹੈ, ਮਾਂ ਦੀ ਹਕੂਮਤ ਹੈ, ਮਾਂ ਦੀ ਹਕੂਮਤ ਹੈ। ਦੂਜੇ ਪਾਸੇ ਉਹਨੇ ਆਖਿਆ ਵੀ ਤੇਰੇ ਕੋਲ ਕੀ ਹੈ, ਉਹਨੇ ਕਿਹਾ ਮੇਰੇ ਕੋਲ ਮਾਂ ਹੈ। ਤੇ ਇਹ ਹੁਣ ਜਨਾਬ ਮਾਂ ਦੀ ਹਕੂਮਤ 'ਚ ਸੋਨਾ ਵੀ ਨਿਕਲ ਆਇਆ ਤੇ ਮਾਂ ਦੀ ਹਕੂਮਤ ਜਿਹੜੀ ਹੈ ਹੁਣ ਅੰਮਾ ਜੀ ਜਿਹੜੀਆਂ ਨੇ ਸਾਰਿਆਂ ਦੇ, ਉਹ ਜਾ ਕੇ ਸਟੂਡੈਂਟਾਂ ਨੂੰ ਵੀ ਮਿਲਣਗੇ। ਕੋਸ਼ਿਸ਼ ਇਹ ਹੈ ਵੀ ਜਿਹੜੀ ਇੰਨੀ ਜਿਹੜਾ ਦਦਕਾਰ ਦਿੱਤਾ ਹੈ ਨੂਨ ਲੀਗ ਨੂੰ ਪੂਰੀ ਕੌਮ ਨੇ, ਹੁਣ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਪਾਗਲ ਬਣਾਈਏ ਤੇ ਉਹਨਾਂ ਨੂੰ ਆਪਣੇ ਨਾਲ ਲਾਈਏ। ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਸ਼ਾਇਦ ਇਹ ਸਮਝਦੇ ਨੇ ਕਿ ਸਟੂਡੈਂਟ
ਮੇਰਾ ਮਤਲਬ ਕੋਈ ਬੇਵਕੂਫ ਨੇ ਵਿਚਾਰੇ ਕਿ ਇਹ ਉਹਨਾਂ ਨੂੰ ਸਮਝਾਉਣਗੇ ਜਾ ਕੇ ਆਪਣੀ ਗੱਲ ਤੋਂ ਸਮਝ ਜਾਣਗੇ? ਇੰਜ ਕੁਝ ਨਹੀਂ ਹੋਣਾ। ਤੁਹਾਡੇ ਮੂੰਹ 'ਤੇ ਉਹ ਵਿਚਾਰੇ ਸ਼ਾਇਦ ਚੁੱਪ ਕੀਤੇ ਰਹਿਣ, ਉਹਨਾਂ ਨੂੰ ਅੰਦਰੋਂ ਸਾਰਾ ਹੀ ਚਾਨਣ ਹੈ ਵੀ ਤੁਸੀਂ ਪਾਕਿਸਤਾਨ ਨਾਲ ਕੀ ਕੀਤਾ ਔਰ ਕੀ ਕਰਨਾ ਚਾਹੁੰਦੇ ਸੋ। ਅੱਛਾ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਕੌਮੀ ਅਸੈਂਬਲੀ ਤਹਿਰੀਕ ਇਨਸਾਫ ਦੇ ਮੈਂਬਰਾਨ ਜਿਹੜੇ ਉਹ ਪੋਸਟਰਸ ਲੈ ਕੇ ਉਹਨਾਂ ਦੀ ਆਮਦ ਹੋਈ ਕੌਮੀ ਅਸੈਂਬਲੀ ਦੇ ਵਿੱਚ, ਔਰ ਇਮਰਾਨ ਖਾਨ ਔਰ ਸ਼ਹੀਦ ਜਿਹੜੇ ਕਾਰਕੁਨਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਨਾਰੇ ਉਹਦੇ ਉੱਤੇ ਲਿਖੇ ਸਨ, ਅਤੇ ਗੋਲੀ ਕਿਉਂ ਚਲਾਈ ਇਹ ਪੁੱਛਿਆ ਜਾ ਰਿਹਾ ਸੀ। ਅੱਛਾ, ਇਹ ਅੱਛੀ ਗੱਲ ਹੈ, ਕਰਨੀ ਚਾਹੀਦੀ। ਉਹਦੇ 'ਚ ਸਿਰਫ ਮੈਂ ਇੱਕ ਦੇਖੀ ਵੀ ਕੁਝ ਸਾਡੇ ਜਿਹੜੇ ਬੰਦੇ ਸਨ ਉਹ ਜਦੋਂ ਪੋਸਟਰ ਲੈ ਕੇ ਅੰਦਰ ਆ ਰਹੇ ਸਨ ਅਤੇ ਉਹ ਹੱਸ ਰਹੇ ਸਨ, ਮੁਸਕਰਾ ਰਹੇ ਸਨ। ਜ਼ਾਹਿਰ ਹੈ ਉਹਨਾਂ ਨੂੰ ਵੀ ਪਤਾ ਹੈ ਵੀ ਉਹ ਇਸ ਗੱਲ 'ਤੇ ਨਹੀਂ ਸੀ ਮੁਸਕਰਾ ਰਹੇ, ਜਾਂ ਤਾਂ ਉਹਨਾਂ ਨੂੰ ਸੰਗ ਆ ਰਹੀ ਸੀ ਪੋਸਟਰ ਫੜਦੇ ਹੋਇਆ, ਔਕਵਰਡ ਫੀਲ ਕਰ ਰਹੇ ਸਨ, ਮੈਨੂੰ ਨਹੀਂ ਪਤਾ, ਲੇਕਿਨ ਮੁਸਕਰਾ ਰਹੇ ਸਨ। ਅਤੇ ਉਹਨਾਂ ਵਾਸਤੇ ਮੇਰਾ ਪੈਗਾਮ ਇਹ ਕਿ ਮੁਸਕਰਾਉਣਾ ਨਹੀਂ, ਕਿਉਂਕਿ ਇਹ ਲੋਕ ਇੱਥੇ ਸ਼ਹੀਦ ਹੋਏ ਨੇ, ਬੜਾ ਸੀਰੀਅਸ ਕੰਮ ਹੈ। ਗੋਲੀ ਕਿਉਂ ਚਲਾਈ ਇਹ ਸਵਾਲ ਪੁੱਛ ਰਹੇ ਹੋ, ਹੱਥ 'ਚ ਫੜਿਆ, ਉੱਤੋਂ ਹੱਸ ਰਹੇ ਹੋਵੋਗੇ, ਕੰਮ ਖਰਾਬ ਹੋਏਗਾ। ਦੂਜੇ ਪਾਸੇ ਮੈਂ ਆਪਣੇ ਜਿਹੜੇ ਬੱਚਰ ਸਾਹਿਬ ਨੇ ਉਹ ਤਾਂ ਵਿਚਾਰੇ ਲੱਗੇ ਹੀ ਰਹਿੰਦੇ ਨੇ ਕੋਈ ਨਾ ਕੋਈ ਕੰਮ ਕਰਨ, ਜਿਹੜੇ ਮੈਂਬਰ ਜਿਹੜੇ ਪੰਜਾਬ ਅਸੈਂਬਲੀ ਵੀ ਨੇ ਅਤੇ ਓਪੋਜੀਸ਼ਨ ਲੀਡਰ ਵੀ ਨੇ, ਉਹ ਕੁਝ ਨਾ ਕੁਝ ਠੁੱਕ ਠਕਈਆ ਕਰਦੇ ਹੀ ਰਹਿੰਦੇ ਨੇ। ਲੇਕਿਨ ਉਹਨਾਂ ਕੋਲੋਂ ਮੇਰੀ ਰਿਕੁਐਸਟ ਹੈ ਵੀ ਇਹ ਜਿਹੜੇ ਸਾਡੇ ਪੰਜਾਬ ਦੇ ਵਿੱਚ 100 ਤੋਂ ਬਹੁਤੇ ਮੈਂਬਰਾਨ ਨੇ, ਇਹਨਾਂ ਨੂੰ ਕੋਈ ਧੁੱਪ ਛੁੱਪ ਲਵਾਓ ਕਿਸੇ ਵੇਲੇ, ਇਹਨਾਂ ਨੂੰ ਕੋਈ ਤੇਲ ਛਿਲ ਦਿਓ। ਮੇਰਾ ਮਤਲਬ ਹੈ ਪੁਰਾਣਾ ਸਾਈਕਲ ਜਿਹੜਾ ਨਾ ਉਹ ਵੀ ਕਾਸਟਿਕ ਸੋਡਾ ਵਿੱਚ ਪਾ ਕੇ ਅਤੇ ਗਰਮ ਪਾਣੀ 'ਚ ਉਹਨਾਂ ਧੋ ਲੈਂਦੇ ਸਨ ਅਤੇ ਉਹ ਫਿਰ ਵਾਹਵਾ ਨਵਾਂ ਜਿਹਾ ਨਿਕਲ ਆਉਂਦਾ ਸੀ। ਇਹ MPA ਚੰਗੇ ਬਣੇ ਨੇ ਇਮਰਾਨ ਖਾਨ ਦੀਆਂ ਵੋਟਾਂ 'ਤੇ ਬਹੁਤੇ ਸਾਰੇ ਲੋਕ, ਇਹ ਤਾਂ ਕਿਤੇ ਰੜਕਦੇ ਹੀ ਨਹੀਂ। ਮੇਰਾ ਮਤਲਬ ਹੈ ਇਹ ਮਤਲਬ ਇਹ ਕਾਹਦੇ ਵਾਸਤੇ ਨੇ ਭਾਈ ਹੋਣੀ ਸਾਰੇ? ਇਹ ਕੋਈ ਉਹ ਵਾਲੇ ਭਾਂਡੇ ਬਣ ਗਏ ਨੇ ਜਿਹੜੇ ਪਿੰਡਾਂ 'ਚ ਜਾਂਦੇ ਹੋਵੋਗੇ ਅਤੇ ਉਹ ਪੜਛੱਤੀ ਦੇ ਉੱਤੇ ਉਹ ਤੁਸੀਂ ਵੇਖੇ ਉਹਨਾਂ ਨੇ ਪੁਰਾਣੇ ਦਾਦੀ ਦੇ ਜਿਹੜੇ ਪਿੱਤਲ ਦੇ ਬਰਤਨ ਪਏ ਹੁੰਦੇ ਸਨ, ਜਿਹੜੇ ਸਿਰਫ ਉੱਤੇ ਰੱਖਣ ਨੂੰ ਹੁੰਦੇ ਸਨ, ਉਹਨਾਂ 'ਚ ਕਦੀ ਕੋਈ ਸ਼ੈ ਖਾਈ ਦੀ ਨਹੀਂ ਸੀ, ਅਤੇ ਕਿਤੇ ਕਿਤੇ 2 ਸਾਲਾਂ ਬਾਅਦ ਉਹਨਾਂ ਨੂੰ ਥੱਲੇ ਲਾ ਕੇ ਬਾਹਰ ਆਵਾਜ਼ ਆਉਂਦੀ ਸੀ ਵੀ ਭਾਂਡੇ ਕਲੀ ਕਰਾ ਲਓ, ਅਤੇ ਉਹ ਕਿਸੇ ਕੋਲੋਂ ਕਲੀ ਕਰਾ ਲੈਂਦੇ ਸਨ, ਉਹ ਚਮਕ ਜਾਂਦੇ ਸਨ ਅਤੇ ਫਿਰ ਉੱਤੇ ਰੱਖ ਦਿੰਦੇ ਸਨ। ਇਹ ਸਾਡੇ ਜਿਹੜੇ MPA ਨੇ, MNA ਵੀ ਖੈਰ ਖਾਸ ਕੋਈ ਨਹੀਂ ਖੁੜਕਦੇ ਜਿੰਨਾ ਖੁੜਕਣਾ ਚਾਹੀਦਾ, ਲੇਕਿਨ MPA ਤਾਂ ਬਿਲਕੁਲ ਹੀ ਸੌਂ ਸੂ ਗਏ ਨੇ। ਉੱਥੇ ਵੇਖੋ ਵੀ ਬਾਜੀ ਮਰੀਮ ਤੇ ਰੋਜ਼ ਅਸੀਂ ਇੱਕ ਵੀਲਾਗ ਕਰ ਦਈਦਾ ਇੱਥੋਂ। ਇਹ ਹੁਣ ਜਿਹੜੇ ਪੰਜਾਬ ਅਸੈਂਬਲੀ ਦੇ MPA ਨੇ, ਜਿੰਨੀਆਂ ਕਿ ਚਵਲਾਂ ਉੱਥੇ ਵੱਜਣ ਡਈਆਂ ਨੇ ਮਾਜ਼ਰਤ ਨਾਲ ਪੰਜਾਬ ਦੇ ਵਿੱਚ, ਜਿੰਨੀਆਂ ਵੱਜਣ ਡਈਆਂ ਨੇ ਬਹੁਤਾਤ ਦੇ ਨਾਲ ਵੱਜਣ ਡਈਆਂ, ਉੱਥੇ ਪੀਪਲਜ਼ ਪਾਰਟੀ ਦੇ ਇੱਕ MPA ਨੇ ਪਿਛਲੇ ਦਿਨੋਂ ਤਗੜਾ ਬਿਆਨ ਦਿੱਤਾ ਹੈ ਕਿ ਇਹ ਜਿਹੜੀ ਪੂਰੀ ਪੰਜਾਬ ਹਕੂਮਤ ਹੈ ਉਹ 2 DPO ਚਲਾਉਣ ਡਏ ਨੇ, ਅਤੇ ਸਾਡਾ ਕੋਈ ਬੰਦਾ ਨਾ ਉੱਥੇ ਰੜਕਦਾ, ਨਾ ਗੱਲ ਕਰਦਾ, ਨਾ ਬੋਲਦਾ, ਨਾ ਇਹਤਜਾਜ ਕਰਦਾ। ਇਹਤਜਾਜ ਕਰਨ ਦੇ ਵੰਨ ਸਵੰਨੇ ਕੰਮ ਹੁੰਦੇ ਨੇ। ਮੈਂ ਇਹ ਨਹੀਂ ਆਂਦਾ ਵੀ ਤੁਸੀਂ ਇਹ ਕੰਮ ਕਰੋ, ਲੇਕਿਨ ਚੇਤੇ ਕਰੋ। ਉਹ ਮੇਰਾ ਖਿਆਲ ਹੈ ਕਿ ਪੀਟਰ ਜਾਨ ਸੋਤਰਾ ਸਾਹਿਬ ਸਨ ਕਿ ਕਿਹੜੇ ਸਨ, ਮੈਨੂੰ ਯਾਦ ਨਹੀਂ ਹੈ, ਉਹ ਜਿਸ ਵੇਲੇ ਇਹਤਜਾਜ ਕਰਦੇ ਸਨ ਕਦੀ ਗਲੇ ਦੇ ਵਿੱਚ ਤਰਬੂਜ਼ ਪਾ ਕੇ ਆ ਜਾਂਦੇ ਸਨ। ਮੈਂ ਇਹ ਨਹੀਂ ਆਂਦਾ ਵੀ ਤੁਸੀਂ ਇਹ ਕਰੋ, ਕਦੀ ਪਿੰਜਰੇ 'ਚ ਬੰਦ ਹੋ ਕੇ ਆ ਜਾਂਦੇ ਸਨ। ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਤਜਾਜ ਕਰਨ ਦੇ ਤਰੀਕੇ ਨੇ। ਤੁਸੀਂ ਖਬਰ ਬਣਾਉਣੀ ਹੈ ਤਾਂ ਕਿ ਆਵਾਮ ਨੂੰ ਦੱਸੋ ਵੀ ਮੈਂ ਆਵਾਜ਼ ਚੁੱਕ ਰਿਹਾ। ਜੋ ਕੁਝ ਉੱਥੇ ਬਾਜੀ ਕਰਨ ਡਈ ਹੈ, ਜਿਵੇਂ ਬਾਜੀ ਨੇ ਤਬਾਹੀ ਮਚਾਈ ਹੈ ਪੰਜਾਬ ਦੀ, ਤੁਸੀਂ ਬੜਾ ਕੁਝ ਕਰ ਸਕਦੇ ਹੋ ਪੰਜਾਬ ਦੇ ਵਿੱਚ। ਤੁਸੀਂ ਤਾਂ ਘੁੰਗਣੀਆਂ ਬਣੇ ਹੋ ਜਿਹਨਾਂ ਬੋਲਣਾ ਨਹੀਂ ਹੈ। ਮੇਰਾ ਮਤਲਬ ਐਡੀ ਕਿ ਚਪੀਟ ਵੱਟੀ ਹੈ ਤੁਸੀਂ ਵੀ ਤੁਹਾਨੂੰ ਆਪ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਤੁਸੀਂ ਐਡੀ ਚਪੀਟ ਵੱਟ ਗਏ ਜੇ। ਅਤੇ ਇਹ ਮੈਂ ਇਲਾਕੇ ਦੇ ਅਤੇ ਹਲਕੇ ਦੇ ਲੋਕਾਂ ਨੂੰ ਆਖਾਂਗਾ ਵੀ ਆਪਣੇ ਆਪਣੇ MPA ਨੂੰ ਹਿਲਾਓ ਜਲਾਓ, ਇਹਨਾਂ ਦੀ ਕੁੰਡੀ ਖੜਕਾਓ, ਇਹਨਾਂ ਨੂੰ ਆਖੋ ਵੀ ਇਮਰਾਨ ਖਾਨ ਜੇਲ੍ਹ ਕੱਟਣ ਡਿਆ, ਉਹਦੇ ਨਾਂ 'ਤੇ ਵੋਟ ਲੈ ਕੇ ਤੁਸੀਂ ਸਾਰੇ ਨਾਡੂ ਖਾਂ ਬਣੇ ਹੋ ਦੋਸਤੋ, ਅਤੇ ਉੱਥੇ ਕੋਈ ਗੱਲ ਕਰੋ, ਕੋਈ ਇਤਜਾਜ ਕਰੋ, ਕੋਈ ਰੌਲਾ ਪਾਓ, ਕੋਈ ਗੱਲਬਾਤ ਕਿਸੇ ਪਾਸੇ। ਬਾਜੀ ਨੂੰ ਤੁਸੀਂ ਓਪਨ ਫੀਲਡ ਦਿੱਤੀ, ਉੱਥੇ ਮੇਰਾ ਮਤਲਬ ਐਡੇ ਡਰੇ ਜੇ ਜਾਂ ਐਡਾ ਕੋਈ ਮਾਮਲਾ ਐਡਾ ਹੈ ਬਾਜੀ ਦੇ ਕੋਲੋਂ। ਚਲੋ ਚੌਧਰੀ ਨਿਜ਼ਾਮਦੀਨ ਕੋਲੋਂ ਤਾਂ ਸਮਝ ਆ ਗਈ ਨਾ ਵੀ ਰੱਬ ਨੇੜੇ ਕਿ ਘਸੁੰਨ ਨੇੜੇ ਵਾਲੀ ਗੱਲ ਹੈ। ਇਹਨਾਂ ਤੁਹਾਡੇ ਨਾਲ ਐਡਾ ਕੀ ਕਰ ਲੈਣਾ ਜਿਹੜਾ ਇਹਨਾਂ ਦੇ ਖਿਲਾਫ ਵੀ ਨਹੀਂ ਕੁਸਕਦੇ। ਬਹਰਹਾਲ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਹੈ ਜੀ ਕਿ ਰਿਆਸਤ ਪਾਕਿਸਤਾਨ ਨੇ 2 ਨਵੇਂ ਮੁਕੱਦਮੇ ਕਰਨ ਦਾ ਫੈਸਲਾ ਕੀਤਾ ਹੈ। ਇੱਕ ਮੁਕੱਦਮਾ ਸ਼ਹਿਬਾਜ਼ ਗਿੱਲ ਤੇ ਇੱਕ ਮੋਈਦ ਪੀਰਜ਼ਾਦਾ ਤੇ ਮੁਕੱਦਮਾ ਉਹੀ ਹੈ ਜਿਹੜਾ ਭਗਤ ਸਿੰਘ ਤੇ ਕੀਤਾ ਸੀ। ਮੁਕੱਦਮਾ ਉਹੀ ਹੈ ਜਿਹੜਾ ਰਿਆਸਤ ਦੇ ਖਿਲਾਫ ਬਗਾਵਤ ਤੇ ਗੱਦਾਰੀ, ਜੀ ਹਾਂ, ਬਗਾਵਤ ਤੇ ਉਕਸਾਣ ਤੇ ਗੱਦਾਰੀ ਕਰਨ ਦਾ ਮੁਕੱਦਮਾ ਜਿਹੜਾ ਉਹ ਸਾਡੇ ਖਿਲਾਫ ਕੀਤਾ ਗਿਆ। ਇਹ ਸੈਕਸ਼ਨ ਅੰਡਰ ਸੈਕਸ਼ਨ 9, 10 ਔਰ 11, ਔਰ ਇਹ ਆਖਿਆ ਗਿਆ ਕਿ ਜੀ ਇਹਨਾਂ ਦੋਵਾਂ ਨੇ ਆਪਣੇ ਆਪਣੇ ਟਿਕਟੌਕ ਅਕਾਊਂਟ ਦੇ ਉੱਤੋਂ ਇਹ ਜਾਲੀ ਜਿਹੜੇ ਟਿਕਟੌਕ ਅਕਾਊਂਟ ਇਹਨਾਂ ਆਪੇ ਹੀ ਬਣਾਏ ਨੇ ਪਹਿਲਾਂ, ਕਿਉਂਕਿ ਸਾਡੇ ਉਹ ਟਿਕਟੌਕ ਅਕਾਊਂਟ ਕੋਈ ਨਹੀਂ। ਮੇਰਾ ਜਿਹੜਾ ਟਿਕਟੌਕ ਅਕਾਊਂਟ ਹੈ ਉਹ ਵੀ ਮੈਂ ਤੁਹਾਨੂੰ ਵਿਖਾ ਦੇਣਾ ਜਿਹੜਾ ਅਸਲ ਹੈ, ਅਤੇ ਜਿਹੜਾ ਉਹ ਵੀ ਵੇਖ ਲਓ, ਉਹ ਹੈਗਾ I am ਸ਼ਹਿਬਾਜ਼ ਗਿੱਲ, ਉਹ ਮੇਰਾ ਆਪਣਾ ਟਿਕਟੌਕ ਅਕਾਊਂਟ ਹੈ। ਇਹਨਾਂ ਬਣਾਇਆ ਸ਼ਹਿਬਾਜ਼ ਗਿੱਲ 04, ਉਹ ਮੈਨੂੰ ਵੀ ਨਹੀਂ ਪਤਾ ਕਿਹੜਾ। ਜਿਸ ਵੇਲੇ ਉਹ ਮੈਂ ਸਰਚ ਕੀਤਾ ਤਾਂ ਉੱਤੇ ਪਹਿਲਾਂ ਸਦੀਕ ਜਾਨ ਸਾਹਿਬ ਦੇ ਵੀਡੀਓ ਕੋਈ ਹੋਰ ਲਾਉਂਦਾ ਰਿਹਾ, ਫਿਰ ਸਮੀਨਾ ਪਾਸ਼ਾ ਸਾਹਿਬਾਂ ਦੇ ਲਾਉਂਦਾ ਰਿਹਾ, ਅਤੇ ਫਿਰ ਮੇਰੇ ਲੱਗੇ ਨੇ ਉਹਦੇ 'ਤੇ। ਲੱਗਦਾ ਮੈਨੂੰ ਇਹੀ ਹੈ, ਜਾਪਦਾ ਇੰਝ ਹੀ ਹੈ ਵੀ ਇਹਨਾਂ ਆਪੇ ਹੀ ਬਣਾਇਆ ਉਹ, ਅਤੇ ਇਹ ਵੀਡੀਓ ਲਾ ਕੇ ਤੇ ਇਹਨਾਂ ਪਹਿਲਾਂ ਕੋਸ਼ਿਸ਼ ਕੀਤੀ ਹੋਣੀ ਵੀ ਸਦੀਕ ਜਾਨ ਦੇ ਖਿਲਾਫ ਕਰਾਂਗੇ ਮੁਕੱਦਮਾ, ਫਿਰ ਇਹਨਾਂ ਦਾ ਪ੍ਰੋਗਰਾਮ ਕੋਈ ਹੋਰ ਬਣ ਗਿਆ ਹੋਣਾ, ਸਮੀਨਾ ਪਾਸ਼ਾ ਸਾਹਿਬਾਂ ਦੇ ਖਿਲਾਫ ਕਰਾਂਗੇ, ਅਤੇ ਆਖਰ 'ਤੇ ਇਹਨਾਂ ਫਿਰ ਫੈਸਲਾ ਕੀਤਾ ਕਿ ਪਹਿਲਾਂ ਸ਼ਹਿਬਾਜ਼ ਗਿੱਲ ਦੇ ਖਿਲਾਫ ਠੋਕੋ ਬਾਅਦ 'ਚ ਕਰਾਂਗੇ।
ਅਕਾਊਂਟ ਵੀ ਆਪੇ ਹੀ ਬਣਾਇਆ ਲੱਗਦਾ ਹੈ। ਔਰ ਮੋਹਿਤ ਪੀਰਜ਼ਾਦਾ ਸਾਹਿਬ ਕੋਲੋਂ ਮੈਂ ਪੁੱਛਿਆ, ਉਹਨਾਂ ਦਾ ਵੀ ਅਕਾਊਂਟ ਉਹ ਕੋਈ ਨਹੀਂ ਜਿਹੜਾ ਇਹਨਾਂ ਬਣਾਇਆ, ਲੇਕਿਨ ਇਹਨਾਂ ਆਖਿਆ ਜੀ ਪੂਰੀ ਤਫਤੀਸ਼ ਤੋਂ ਬਾਅਦ ਇਹ ਮੁਕੱਦਮਾ ਅਸੀਂ ਜਿਹੜਾ ਦਰਜ ਕਰਨ ਲੱਗੇ। ਮੁਕੱਦਮਾ ਬੜਾ ਖਤਰਨਾਕ ਹੈ, ਮੈਂ ਭੁਗਤਿਆ ਪਹਿਲਾਂ ਵੀ ਬਗਾਵਤ ਤੇ ਗੱਦਾਰੀ ਦਾ, ਇਹਦੇ 'ਚ ਸਜ਼ਾਏ ਮੌਤ ਵੀ ਹੁੰਦੀ ਹੈ ਤੇ ਉਮਰ ਕੈਦ ਵੀ ਹੁੰਦੀ ਹੈ। ਇਹ ਹੁਣ ਜਿਹੜਾ ਮੁਕੱਦਮਾ ਹੈ ਪੀਕਾ ਕਵਾਨੀਨ ਦੇ ਤਹਿਤ ਇਹ ਕੀਤਾ ਗਿਆ। ਪਹਿਲਾਂ ਮੇਰੇ ਤੇ ਅਰਸ਼ਦ ਸ਼ਰੀਫ ਸ਼ਹੀਦ ਤੇ ਦੂਜੇ ਸੱਜਣਾ ਤੇ ਇਹੀ ਪਰਚਾ ਕੀਤਾ ਗਿਆ ਸੀ, ਮੈਨੂੰ ਇਹਨਾਂ ਚੁੱਕ ਲਿਆ ਸੀ ਤੇ ਉਸ ਤੋਂ ਬਾਅਦ ਜੋ ਕੁਝ ਕੀਤਾ ਸੀ ਉਹ ਤੁਹਾਨੂੰ ਯਾਦ ਹੀ ਹੈ ਸਾਰਿਆਂ ਨੂੰ। ਤੇ ਅਰਸ਼ਦ ਸ਼ਰੀਫ ਸ਼ਹੀਦ ਨੂੰ ਮੁਲਕ ਛੱਡਣਾ ਪਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਕੀਨੀਆ 'ਚ ਜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹ ਵੀ ਸਭ ਕੁਝ ਤੁਹਾਡੇ ਸਾਹਮਣੇ ਹੀ ਹੈ। ਉਹੋ ਜਿਹਾ ਹੁਣ ਨਵਾਂ ਮੁਕੱਦਮਾ ਮੇਰੇ ਤੇ ਮੋਹਿਤ ਪੀਰਜ਼ਾਦਾ ਦੇ ਖਿਲਾਫ ਜਿਹੜਾ ਉਹ ਬਣਾ ਦਿੱਤਾ ਗਿਆ। ਬਹਰਹਾਲ ਇਸ ਮੁਕੱਦਮੇ 'ਚ ਇਹ ਵੀ ਆਖਿਆ ਗਿਆ ਹੈ ਕਿ ਅਸੀਂ ਇਹੋ ਜਿਹਾ ਮਵਾਦ ਸ਼ੇਅਰ ਕੀਤਾ ਹੈ ਜਿਹਦੇ ਵਿੱਚੋਂ ਇਹ ਮੈਸੇਜ ਜਾਂਦਾ ਹੈ ਕਿ ਪਾਕਿਸਤਾਨ ਮਿਲਟਰੀ ਜਿਹੜੀ ਹੈ ਉਹਦੇ ਕੁਝ ਅਫਸਰਾਨ ਜਿਹੜੇ ਨੇ ਉਹ ਰਿਸ਼ਵਤ ਤੇ ਹੋਰ ਤਰੀਕੇ ਇਸਤੇਮਾਲ ਕਰਕੇ ਇੱਕ ਪੋਲੀਟੀਕਲ ਪਾਰਟੀ ਦਾ ਜਾਲੀ ਇਮੇਜ ਬਣਾ ਰਹੇ ਨੇ, ਉਹਨਾਂ ਨੂੰ ਜਾਲੀ ਤੌਰ ਤੇ ਪ੍ਰਮੋਟ ਕਰ ਰਹੇ ਨੇ। ਹੁਣ ਇਹਦੇ 'ਚ ਝੂਠ ਕੀ ਹੈ ਮੈਨੂੰ ਦੱਸੋ? ਆਇਆ ਇਹ ਵੈਸੇ ਤਾਂ ਸਾਡਾ ਉਹ ਅਕਾਊਂਟ ਕੋਈ ਨਹੀਂ ਹੈਗਾ, ਉਹਦੇ ਤੇ ਅਸੀਂ ਐਸੀ ਕੋਈ ਗੱਲ ਨਹੀਂ ਕੀਤੀ, ਉਹ ਅਕਾਊਂਟ ਹੀ ਸਾਡਾ ਨਹੀਂ ਹੈ, ਲੇਕਿਨ ਮੈਨੂੰ ਦੱਸੋ ਵੀ ਕਿ 17 ਸੀਟਾਂ ਵਾਲਿਆਂ ਨੂੰ ਜਿਹੜਾ ਭਾਇਆ ਇਸ ਵੇਲੇ, ਉਹ ਅਸੀਂ ਸਾਰੀ ਫੌਜ ਨੂੰ ਤੇ ਆਂਦੇ ਵੀ ਨਹੀਂ, ਕਦੀ ਵੀ ਨਹੀਂ ਆਖਿਆ, ਨਾ ਨੇਵੀ ਨੂੰ ਨਾ 에ਅਰਫੋਰਸ ਨੂੰ, ਅਸੀਂ ਤੇ ਆਨੇ ਜਿਹੜੇ ਉੱਤੇ ਜਰਨੈਲ ਸਾਹਿਬ ਬੈਠੇ ਨੇ 3-4, ਇਹ ਉਹਨਾਂ ਦਾ ਕੰਮ ਹੈ। ਆਸਿਮ ਮੁਨੀਰ ਸਾਹਿਬ ਨੇ ਨਾਲ ਉਹਨਾਂ ਦੇ ਦੂਸਰੇ ਜਿਹੜੇ ਜਰਨੈਲ ਸਾਹਿਬਾਨ ਨੇ ਉਹਨਾਂ ਦਾ ਕੰਮ ਹੈ। ਤੇ ਮੈਨੂੰ ਦੱਸੋ ਵੀ ਇਹਦੇ 'ਚ ਪੂਰੀ ਕੌਮ ਆਖਣ ਡਈ ਤੇ ਜੇ ਸ਼ਵਾਜ਼ ਗਿੱਲ ਨੇ ਜਾਂ ਮੋਹਿਤ ਪੀਰਜ਼ਾਦਾ ਨੇ ਕਿਤੇ ਤਜਜ਼ੀਏ 'ਚ ਆਖ ਦਿੱਤਾ ਹੋਏਗਾ ਤੇ ਮੈਨੂੰ ਦੱਸੋ ਇਹਦੇ 'ਚ ਕੀ ਹੈ। ਲੇਕਿਨ ਸਾਨੂੰ ਜਾਪਦਾ ਇੰਜ ਹੈ ਕਿ ਇਹ ਗੁੱਸਾ ਆਇਆ ਹੈ ਕਿ ਬਾਜੀ ਮਰੀਮ ਦੇ ਉੱਤੇ ਅਸੀਂ ਜਿਹੜੀ ਪਿਛਲੇ ਦਿਨਾਂ 'ਚ ਗੱਲ ਕੀਤੀ ਕਿ ਇਹ ਜਿਹੜਾ ਉਹਨਾਂ ਦਾ ਇਮੇਜ ਸਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਇਹ ਗੁੱਸਾ ਆਇਆ ਉਹਦਾ। ਹੁਣ ਤੁਸੀਂ ਸਮਝਦੇ ਹੋਗੇ ਵੀ ਇਹ ਕੇਸ ਬਾਜੀ ਮਰੀਮ ਨੇ ਕਰਾਇਆ, ਨਾ, ਉਹਦੀ ਵਿਚਾਰੀ ਦੀ ਪਹੁੰਚ ਇਹ ਨਹੀਂ। ਉਹਨਾਂ ਖੁਆਇਸ਼ ਕੀਤੀ ਹੋਏਗੀ ਕਿ ਇਹ ਮੈਨੂੰ ਮੇਰੇ ਖਿਲਾਫ ਵੇਖੋ ਇਹਨਾਂ ਗੱਲ ਕੀਤੀ ਹੈ ਤੇ ਸਾਈਆਂ ਆਖਿਆ ਹੋਏਗਾ ਵੀ ਤੁਨ ਦਿੰਦੇ ਇਹਨਾਂ ਨੂੰ ਰੌਲਾ ਹੀ ਕੋਈ ਨਹੀਂ, ਤੇ ਉਹਨਾਂ ਦੀ ਖੁਆਇਸ਼ ਤੇ ਕੰਮ ਚੌਧਰੀ ਸਾਹਿਬ ਦਾ ਹੀ ਹੈ, ਕਿਉਂਕਿ ਹੋਰ ਇਹੋ ਜਿਹੇ ਮੁਕੱਦਮੇ ਬਗਾਵਤ ਤੇ ਗੱਦਾਰੀ ਦੇ ਕਰਾ ਨਹੀਂ ਸਕਦਾ। ਅੱਛਾ, ਮੁਕੱਦਮਾ ਵੀ ਪੂਰਾ ਅੰਗਰੇਜ਼ੀ 'ਚ ਲਿਖਿਆ ਹੈ। ਪੂਰੀ ਤਰਤੀਬ ਨਾਰਮਲੀ FIRਾਂ ਜਿਹੜੀਆਂ ਨੇ ਉਹ ਨਾਰਮਲ ਜਿਹੜੀਆਂ ਨੇ ਤਾਂ ਉਰਦੂ 'ਚ ਹੁੰਦੀਆਂ ਨੇ, FIA ਵਾਲੇ ਵੀ ਅਕਸਰ ਉਰਦੂ 'ਚ ਹੀ ਦਿੰਦੇ ਨੇ, ਪਰ ਇਹ ਅੰਗਰੇਜ਼ੀ 'ਚ ਦਿੱਤੀ ਹੈ ਪੂਰੀ FIR। ਇਹ ਮਕਸਦ ਕਿਤੇ ਬਾਹਰ ਦੇ ਮਾਮਲਾਤ ਦੇ ਵਿੱਚ ਵੀ ਇਹਨੂੰ ਫਿੱਟ ਕਰਨਾ ਹੈ ਕਿਤੇ, ਅਤੇ ਸਾਡੇ ਖਿਲਾਫ ਕੋਈ ਕਾਰਵਾਈ ਕਰਨੀ ਹੈ। ਤੇ ਚਲੋ ਤੁਹਾਡੀਆਂ ਦੁਆਵਾਂ ਨੇ, ਕਿੰਨੀਆਂ ਸਾਰੀਆਂ ਮਾਵਾਂ ਨੇ ਇੱਥੇ ਜਿਹੜੀਆਂ ਮੈਨੂੰ ਰੋਜ਼ ਸੁਣਦੀਆਂ ਨੇ ਤੇ ਮੇਰੇ ਵਾਸਤੇ ਦੁਆਵਾਂ ਕਰਦੀਆਂ ਨੇ, ਡਾਕਟਰ ਮੋਈਦ ਵਾਸਤੇ ਵੀ ਕਰਦੀਆਂ ਨੇ। ਤੇ ਇਹ ਜਦੋਂ ਤੱਕ ਇਹਨਾਂ ਮਾਵਾਂ ਦੀਆਂ ਦੁਆਵਾਂ ਨੇ, ਇਹਨਾਂ ਭੈਣਾਂ ਦੀਆਂ ਦੁਆਵਾਂ ਨੇ, ਤੇ ਮੇਰਾ ਨਹੀਂ ਖਿਆਲ ਕਿ ਸਾਨੂੰ ਕੋਈ ਬਹੁਤਾ ਪਰੇਸ਼ਾਨ ਹੋਣ ਦੀ ਲੋੜ ਹੈ। ਬਾਕੀ ਇਮਰਾਨ ਖਾਨ ਦੇ ਨਾਲ ਖਲੋਤੇ ਹੈ, ਜਿਹੜਾ ਭਾਰ ਚੁੱਕਣਾ ਪਿਆ ਪਹਿਲਾਂ ਵੀ ਚੁੱਕਿਆ ਸੀ। ਜੇ ਤੇ ਰੱਬ ਨੇ ਹਿੰਮਤ ਦਿੱਤੀ, ਉਹ ਭਾਰ ਤੇ ਵੇਖੋ ਬੰਦਾ ਰੱਬ ਦੀ ਵਜ੍ਹਾ ਤੋਂ ਹੀ ਚੁੱਕ ਸਕਦਾ ਹੈ। ਬੰਦੇ ਦੀ ਆਪਣੀ ਔਕਾਤ ਕਿੱਥੋਂ ਹੁੰਦੀ? ਬੰਦੇ ਦਾ ਤੇ ਆਪਣੀ ਔਕਾਤ ਦੇ ਉੱਤੇ ਸ਼ਹਬਾਜ਼ ਗਿੱਲ ਹੋਏ ਜਾਂ ਕੋਈ ਹੋਰ ਹੋਵੇ, ਤੀਲਾ ਨਹੀਂ ਚੁੱਕ ਸਕਦਾ ਇੱਕ। ਇਹ ਜਿਹੜੀ ਵੀ ਹਿੰਮਤ ਦਿੰਦਾ ਉਹ ਰੱਬ ਦੀ ਜ਼ਾਤ ਹੀ ਦਿੰਦੀ ਹੈ, ਮਾਹੌਲ ਬਣਾਉਂਦੀ ਹੈ, ਤੁਹਾਡਾ ਦਿਲ ਬਦਲਦੀ ਹੈ, ਤੁਹਾਨੂੰ ਹਿੰਮਤ ਦਿੰਦੀ ਹੈ। ਹੁਣ ਅਸੀਂ ਇਮਰਾਨ ਖਾਨ ਤੇ ਹੈ ਨਹੀਂ, ਓਡੇ ਤਗੜੇ ਤੇ ਅਸੀਂ ਹੈ ਨਹੀਂ। ਬਹਰਹਾਲ ਜਿੰਨੇ ਕੁ ਵੀ ਆ ਮਾੜੇ ਚੰਗੇ, ਅਸੀਂ ਵਫਾਦਾਰੀ ਨਿਭਾਵਾਂਗੇ, ਖਲੋਤੇ हैं। ਤੁਸੀਂ ਜਨਾਬ ਜਿਹੜਾ ਪਰਚਾ ਕੀਤਾ ਹੈ ਕਰ ਲਓ, ਤੁਸੀਂ ਆਪਣਾ ਰਾਂਝਾ ਰਾਜ਼ੀ ਕਰੋ। ਤੁਹਾਡੇ ਕੋਲ ਇਸ ਵੇਲੇ ਤਾਕਤ ਹੈ, ਤਾਕਤਾਂ ਤੁਹਾਡੀਆਂ ਨੇ। ਤੇ ਖਵਾਜਾ ਆਸਿਫ ਨੇ ਕਿਹਾ ਸੀ ਵੀ ਰੱਬ ਸਾਡਾ ਹੈ, ਰੱਬ ਤੁਹਾਡਾ ਵੀ ਹੈ, ਮੈਂ ਨਹੀਂ ਆਂਦਾ ਵੀ ਇਕੱਲਾ ਸਾਡਾ ਹੈ, ਲੇਕਿਨ ਚਲੋ ਰੱਬ ਉੱਤੇ ਵੇਖਣ ਡਿਆ ਵੀ ਅਸੀਂ ਕਿੱਡਾ ਕੁ ਭੈੜਾ ਕੰਮ ਕੀਤਾ ਹੈ। ਤੁਸੀਂ ਇਹ ਨਵਾਂ ਗੱਦਾਰੀ ਬਗਾਵਤ ਦਾ ਮੁਕੱਦਮਾ ਦਿੱਤਾ, ਇਸ ਵੇਲੇ ਸਰਟੀਫਿਕੇਟ ਤੁਹਾਡੇ ਕੋਲ ਨੇ, ਜਿਹੜਾ ਦਿਲ ਕਰੇ ਉਹ ਠੋਕੀ ਆਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਕਾਜ਼ੀ ਫਾਇਜ਼ ਈਸਾ ਇਸ ਵੇਲੇ ਤਾਰੀਖ ਦੇ ਕਬਰਸਤਾਨ 'ਚ। 13 ਜਨਵਰੀ ਨੂੰ ਉਹਨੇ ਬੱਲਾ ਖੋਹਣ ਵਾਲਾ ਫੈਸਲਾ ਕੀਤਾ ਸੀ, ਉਸ ਤੋਂ ਬਾਅਦ ਸਾਰਾ ਕੁਝ ਹੋਇਆ ਪਾਕਿਸਤਾਨ ਨਾਲ। ਵੇਖ ਲਓ ਅੱਜ ਉਹ ਤਾਰੀਖ ਦੇ ਕਬਰਸਤਾਨ 'ਚ ਕੋਈ ਉਹਦਾ ਨਾਂ ਲੈਣ ਵਾਲਾ ਨਹੀਂ ਹੈ। ਅਗਲੀ ਖਬਰ ਇਹ ਕਿ ਇਮਰਾਨ ਖਾਨ ਆਂਦਾ ਵੀ ਸਜ਼ਾ ਸੁਣਾਓ, ਇਮਰਾਨ ਖਾਨ ਦੀਆਂ ਭੈਣਾਂ ਵੀ ਆਂਦੀਆਂ ਨੇ ਸਜ਼ਾ ਸੁਣਾਓ। ਤੇ ਇਮਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਪੂਰੀ ਦਲੇਰੀ ਨਾਲ ਆਪਣਾ ਸਮਾਨ ਆਪ ਪੈਕ ਕਰਕੇ ਜੇਲ੍ਹ ਜਾਂਦੀ ਹੈ। ਇਹ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਸਜ਼ਾ ਸੁਣਾਣੀ ਤੇ ਮੈਨੂੰ ਉੱਥੇ ਪੜ ਕੇ ਜੇਲ੍ਹ 'ਚ ਬੰਦ ਕਰ ਦੇਣਾ, ਉਸ ਦੇ ਬਾਵਜੂਦ ਉਹ ਖਾਤੂਨ ਪੂਰੀ ਦਲੇਰੀ ਨਾਲ ਆਪਣੇ ਸ਼ੌਹਰ ਦੇ ਨਾਲ ਖਲੋਤੀ ਹੈ ਔਰ ਜਾ ਕੇ ਉਹਨਾਂ ਨੇ ਅਦਾਲਤ ਦੇ ਵਿੱਚ ਬੂਹਾ ਖੜਕਾਇਆ ਵੀ ਸਜ਼ਾ ਸੁਣਾਓ, ਪਰ ਜੱਜ ਸਾਹਿਬ ਪਹਿਲਾਂ ਹੀ ਫਰਾਰ ਹੋ ਗਏ। ਉਹ ਵੀ ਔਰ ਇਮਰਾਨ ਖਾਨ ਨੇ ਕਿਹਾ ਤਾਂ ਕਿ ਪਤਾ ਲੱਗੇ ਪੂਰੀ ਦੁਨੀਆ ਨੂੰ ਕਿ ਅਸੀਂ ਕਿਹੜਾ ਜੁਰਮ ਕੀਤਾ ਤੇ ਤੁਸੀਂ ਕਿਹੜਾ ਕੀਤਾ। ਅੱਗੋਂ ਰਾਣਾ ਸਨਾਉੱਲਾ ਸਾਹਿਬ ਆਂਦੇ ਨੇ ਵੀ ਸਾਡੇ ਕੋਲੋਂ ਜਿਹੜੀ ਗੱਲ ਕਹਿਣੀ ਹੈ ਮੰਗਣੀ ਹੈ ਸਾਡੀ ਔਕਾਤ ਦੇ ਮੁਤਾਬਕ, ਉਹਨਾਂ ਨੇ ਉਰਦੂ 'ਚ ਆਖਿਆ ਬਸਾਤ, ਠੀਕ ਹੈ ਨਾ, ਤੇ ਮਤਲਬ ਕਿ ਸਾਡੀ ਹਸੀਅਤ ਔਕਾਤ ਦੇ ਮੁਤਾਬਕ ਮੰਗੋ। PTI ਵਾਲਿਆਂ ਨੂੰ ਪਤਾ ਹੀ ਹੈ ਵੀ ਸਾਡੇ ਪੱਲੇ ਕੀ ਹੈ। ਇੱਥੇ ਸ਼ਾਇਰੇ ਆਂਦਾ ਵੀ ਸਿੱਧਾ ਚੌਧਰੀ ਸਾਹਿਬ ਨਾਲ ਹੀ ਗੱਲ ਕਰੋ, ਸਾਡੇ ਪੱਲੇ ਕੁਝ ਨਹੀਂ ਜੇ, ਸਾਡੇ ਕੋਲੋਂ ਕੀ ਮੰਗਣਾ ਹੈ। ਅੱਛਾ ਜੀ, ਅੱਗੋਂ ਜਿਹੜੇ ਆਰਮੀ ਚੀਫ ਸਾਹਿਬ ਨੇ ਉਹਨਾਂ ਦੌਰਾ ਕੀਤਾ ਪਸ਼ਾਵਰ ਦਾ, ਤੇ ਆਰਮੀ ਚੀਫ ਦੇ ਖਿਲਾਫ ਤਲਤ ਹੁਸੈਨ ਸਾਹਿਬ, ਹਾਂਜੀ
ਉਹ ਜਿਹੜੇ ਜਾਲੀ ਸ਼ਾਹ ਸਾਹਿਬ ਬਣੇ ਫਿਰਦੇ ਨੇ ਪਾਕਿਸਤਾਨ ਦੇ ਵਿੱਚ। ਸੈਯਦ ਤਲਤ ਹੁਸੈਨ ਸਾਹਿਬ ਲਿਖਦੇ ਨੇ, ਜਾਪਦੇ ਕਿਸੇ ਪਾਸਿਓਂ ਨਹੀਂ, ਨਾ ਕਰਤੂਤਾਂ ਤੋਂ, ਨਾ ਸ਼ਕਲ ਮੋਮਨਾ ਤੇ ਨਾ ਕਰਤੂਤ ਮੋਮਨਾ। ਬਹਰਹਾਲ ਉਹ ਜਾਪਦੇ ਕਿਤੇੋਂ ਨਹੀਂ। ਤੇ ਉਹ ਜਿਹੜੇ ਜਾਲੀ ਸ਼ਾਹ ਸਾਹਿਬ ਬਣੇ ਫਿਰਦੇ ਨੇ, ਉਹਨਾਂ ਨੇ ਇਹ ਆਖਿਆ ਵੀ ਆਰਮੀ ਚੀਫ ਦਾ ਜਿਹੜਾ ਦੌਰਾ ਪਿਸ਼ਾਵਰ ਹੈ ਉਹਦੇ 'ਚ ਚੀਫ ਮਿਨਿਸਟਰ ਤੇ ਗਵਰਨਰ ਦੇ ਦਰਮਿਆਨ ਦੇ ਵਿੱਚ ਜਿਹੜਾ ਜੀ ਉਹ ਤਾਨਾ ਦੇ ਰਹੇ ਨੇ ਕਿ ਯੈਸ ਸਰ, ਤੇ ਆਸਿਮ ਮੁਨੀਰ ਯੈਸ ਸਰ, ਤੇ ਆਰਮੀ ਚੀਫ ਯੈਸ ਸਰ। ਪਤਾ ਨਹੀਂ ਕੀ ਮੇਰਾ ਮਤਲਬ ਹੁਜਤ ਕਰ ਰਹੇ ਨੇ। ਲੱਗ ਤੇ ਇਹੀ ਰਿਹਾ ਵੀ ਆਰਮੀ ਚੀਫ ਦਾ ਹੀ ਮਜ਼ਾਕ ਉਡਾ ਰਹੇ ਨੇ ਜਾਂ ਉਹਨਾਂ ਵਾਸਤੇ ਮਸਲਾ ਖੜਾ ਕਰ ਰਹੇ ਨੇ। ਹੁਣ ਇਹ ਵੀ ISPR ਨੂੰ ਵੇਖਣਾ ਪੈਣਾ ਵੀ ਇਹ ਇਹਨਾਂ ਦੇ ਸੱਜਣ ਨੇ। ਇਹ ਅਗਰ ਇਹ ਗੱਲ ਨਾ ਕਰਦੇ ਤਾਂ ਅਸੀਂ ਇਹ ਤਜਜ਼ੀਆ ਵੀ ਨਾ ਕਰਦੇ। ਤੇ ਹੁਣ ਇਹ ਜਿਹੜੇ ਜਾਲੀ ਪੀਰ ਸਾਹਿਬ ਬਣਾਏ ਨੇ, ਤੁਸੀਂ ਇਹਨਾਂ ਕੋਲੋਂ ਪੁੱਛ ਲਓ। ਸਾਡੇ ਪੰਜਾਬ 'ਚ ਨਾ ਸ਼ਾਹ ਸਾਹਿਬ ਨੂੰ ਪੀਰ ਸਾਹਿਬ ਵੀ ਆਉਂਦੇ ਨੇ। ਇਹ ਜਿਹੜੇ ਜਾਲੀ ਪੀਰ ਸਾਹਿਬ ਬਣਾਏ ਨੇ, ਤੁਸੀਂ ਇਹਨਾਂ ਨੂੰ ਪੁੱਛੋ ਵੀ ਇਹ ਆਰਮੀ ਚੀਫ ਦੇ ਬਾਰੇ ਤੁਹਾਨੂੰ ਇਹੋ ਜਿਹਾ, ਸਾਡੇ ਤੇ ਤਾਂ ਪਰਚੇ ਠੋਕਦੇ ਜੇ। ਇਹਨਾਂ ਕੋਲੋਂ ਵੀ ਪੁੱਛ ਲਓ ਵੀ ਇਹ ਤੁਹਾਨੂੰ ਆਰਮੀ ਚੀਫ ਦੇ ਖਿਲਾਫ ਇਹੋ ਜਿਹਾ ਬਿਆਨ ਦੇਣ ਦੀ ਕੀ ਲੋੜ ਸੀ। ਲੇਕਿਨ ਇਹਨਾਂ ਦੀ ਕੋਈ ਵਜ੍ਹਾ ਹੋਏਗੀ ਤੇ ਇਹ ਤੁਹਾਡੇ ਕੋਈ ਬਹੁਤੇ ਪਿਆਰੇ ਹੋਣਗੇ ਕਿ ਇਹਨਾਂ ਨੂੰ ਨਹੀਂ ਪੁੱਛੋਗੇ। ਅੱਛਾ ਜੀ, ਅੱਗੋਂ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਆਖਿਆ ਵੀ ਮੈਂ ਆਪਣੇ ਆਪ ਨੂੰ ਗਿੱਦੜ ਮਹਿਸੂਸ ਕਰਦਾ। ਹੈ ਇਹ ਕਿਹੜੀ ਗੱਲ ਹੋਈ? ਸ਼ੇਰ ਅਫਜ਼ਲ ਮਰਵਤ ਸਾਹਿਬ ਉਹਨਾਂ ਕਿਹਾ ਵੀ ਊ ਦੇ ਨਾਅਰੇ ਜਿਹੜੇ ਨਾ ਉਹ ਲਾਉਂਦੇ ਆ, ਗਿੱਦੜ ਮਹਿਸੂਸ ਕਰਦਾ ਬੰਦੇ ਨੂੰ। ਤੇ ਜੇ ਪਾਰਟੀ ਨੇ ਮੈਨੂੰ ਆਖਿਆ ਵੀ ਊ ਦੇ ਨਾਅਰੇ ਲਾਓ ਤੇ ਲਾ ਦਿਆਂਗਾ, ਫਿਰ ਭਾਵੇਂ ਗਿੱਦੜ ਬਣ ਜਾਵਾਂਗਾ। ਤੇ ਲੇਕਿਨ ਮੈਂ ਗਿੱਦੜ, ਤੁਸੀਂ ਆਪਣੇ ਆਪ ਨੂੰ ਗਿੱਦੜ ਮਹਿਸੂਸ ਨਾ ਕਰੋ ਸ਼ੇਰ ਅਫਜ਼ਲ ਮਰਵਤ ਸਾਹਿਬ, ਤੁਸੀਂ ਇਨਸਾਨ ਹੀ ਮਹਿਸੂਸ ਕਰੋ। ਕੋਸ਼ਿਸ਼ ਕਰੋ ਮਹਿਸੂਸ ਕਰਨ ਦੀ। ਇਨਸ਼ਾਅੱਲਾ ਤੁਸੀਂ ਵੇਖੋਗੇ ਵੀ ਤੁਹਾਨੂੰ ਮਹਿਸੂਸ ਵੀ ਹੋਏਗਾ ਤੁਸੀਂ ਇਨਸਾਨ ਹੋ ਔਰ ਗਿੱਦੜ ਨਹੀਂ ਹੋ। ਕਿਉਂ ਤੁਸੀਂ ਗਿੱਦੜ ਬਣਨਾ? ਅੱਲਾ ਨਾ ਕਰੇ ਤੁਸੀਂ ਗਿੱਦੜ ਬਣਨਾ। ਇਹ ਅਗਰ ਤੁਹਾਨੂੰ ਕੋਈ ਬੰਦਾ ਆਂਦਾ ਵੀ ਹੈ, ਸਮਝਦਾ ਵੀ ਹੈ, ਜਾਂ ਕਿਤੇ ਤੁਹਾਨੂੰ ਵੀ ਲੱਗਦਾ ਹੈ ਵੀ ਤੁਸੀਂ ਗਿੱਦੜ ਹੋ, ਤੇ ਬਿਲਕੁਲ ਨਹੀਂ ਇਸ ਗੱਲ ਤੇ ਤੁਸੀਂ ਯਕੀਨ ਦੇਣਾ। ਤੁਸੀਂ ਇਮਰਾਨ ਖਾਨ ਦੀ ਪਾਰਟੀ 'ਚੋਂ ਬਿਲਕੁਲ ਤੁਸੀਂ ਗਿੱਦੜ ਨਹੀਂ ਮਹਿਸੂਸ ਕਰਨਾ। ਤੁਸੀਂ ਜੋ ਤੁਹਾਨੂੰ ਅੱਲਾ ਨੇ ਬਣਾਇਆ, ਅਸ਼ਰਫੁਲ ਮਖਲੂਕਾਤ ਇਨਸਾਨ ਬਣਾਇਆ, ਉਹ ਹੀ ਮਹਿਸੂਸ ਕਰੋ। ਤੇ ਤੁਸੀਂ ਬਿਲਕੁਲ, ਪਾਰਟੀ ਤੁਹਾਨੂੰ ਨਹੀਂ ਕਹੇਗੀ ਵੀ ਤੁਸੀਂ ਊ ਕਰੋ ਜਾਂ ਆਈ ਕਰੋ ਜਾਂ ਊ ਕਰੋ। ਜੋ ਤੁਹਾਡਾ ਦਿਲ ਕਰਦਾ ਉਹ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਚੜ੍ਹਦੇ ਪੰਜਾਬ ਤੋਂ, ਹਿੰਦੁਸਤਾਨੀ ਪੰਜਾਬ ਤੋਂ। ਇਹ ਖਬਰ ਜਿਹੜੀ ਹੈ ਇਹ ਇਹੋ ਜਿਹੀ ਇੱਕ ਮੈਂ ਗੱਲਬਾਤ ਸ਼ਾਇਦ ਬਹੁਤ ਹੀ ਕਿਤੇ ਪਹਿਲਾਂ ਸੁਣੀ ਹੋਵੇ ਕਿਸੇ ਬਜ਼ੁਰਗ ਦੇ ਕੋਲੋਂ। ਬੜੀ ਮੁੱਦਤ ਹੋ ਗਈ ਇਹੋ ਜਿਹੀਆਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਿਆ। ਇਹਨਾਂ ਦਾ ਨਾਂ ਹੈ ਜਤਿੰਦਰ ਪੰਨੂ ਸਾਹਿਬ। ਹਾਂਜੀ, ਜਤਿੰਦਰ ਪੰਨੂ ਸਾਹਿਬ ਜਿਹੜੇ ਨੇ ਅਖਬਾਰ ਨਵੀਸ ਨੇ ਚੜ੍ਹਦੇ ਪੰਜਾਬ ਦੇ, ਮੇਨ ਇੰਡੀਅਨ ਪੰਜਾਬ ਦੇ, ਔਰ ਟੈਲੀਵਿਜ਼ਨ ਦੇ ਉੱਤੇ ਵੀ ਤਬਸਰਾ ਕਰਦੇ ਨੇ ਤੇ ਬੜਾ ਹੀ ਸੋਹਣਾ ਬੋਲੇ ਨੇ। ਇਹ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਕਿਸੇ ਕਨਵੋਕੇਸ਼ਨ ਵਾਸਤੇ ਇਹਨਾਂ ਨੂੰ ਸੱਦਿਆ ਗਿਆ ਸੀ। ਉੱਥੇ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਸੋਨੇ ਦੇ ਵਿੱਚ ਜਾਂ ਹੀਰਿਆਂ 'ਚ ਤੋਲਣ ਦੇ ਬਰਾਬਰ ਨੇ। ਇਹ ਇਹਨਾਂ ਦੀ ਜ਼ਰਾ ਗੱਲਬਾਤ ਸੁਣੋ। ਬੇਟਾ, ਤੁਹਾਡੀ ਮਿਹਰਬਾਨੀ ਤੁਸੀਂ ਬੁਲਾਇਆ, ਪਰ ਮੈਂ ਖੁਸ਼ੀ ਤੇ ਮਾਣ ਨਹੀਂ ਮਹਿਸੂਸ ਕਰ ਰਿਹਾ। ਮੈਂ ਇੱਕ ਸ਼ਰਮ ਦਾ ਅਹਿਸਾਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ। ਉਹ ਸ਼ਰਮ ਕਿਹੜੀ ਗੱਲ ਦੀ ਹੈ ਕਿ ਜਿਹੜੀ ਸਾਡੇ ਬਾਪ ਦਾਦੇ ਪੜਦਾਦੇ ਨੇ ਸਾਨੂੰ ਵਿਰਾਸਤ ਦਿੱਤੀ ਸੀ, ਉਹ ਅਸੀਂ ਤੁਹਾਡੇ ਵਾਸਤੇ ਸਾਂਭ ਕੇ ਨਹੀਂ ਰੱਖ ਸਕੇ। ਜਦੋਂ ਅਸੀਂ ਛੋਟੇ ਸੀ, 8 ਫੁੱਟ ਤੇ ਖੂਹ ਚੋਂ ਪਾਣੀ ਨਿਕਲ ਆਉਂਦਾ ਸੀ, ਹੁਣ 350 ਫੁੱਟ ਤੇ ਚਲਾ ਗਿਆ। ਤੁਹਾਡੇ ਬੱਚੇ ਅੱਗੋਂ ਕੀ ਕਰਨ? ਜਦੋਂ ਅਸੀਂ ਛੋਟੇ ਸੀ, ਸਾਨੂੰ ਕਦੇ ਕਿਸੇ ਇਹ ਨਹੀਂ ਸੀ ਆਖਿਆ ਸ਼ਹਿਰ ਦੇ ਵਿੱਚ ਬਚ ਕੇ ਲੰਘੋ, ਹਵਾ ਦੇ ਵਿੱਚ ਪ੍ਰਦੂਸ਼ਣ ਹੈ। ਅਸੀਂ ਤੁਹਾਡੇ ਵੇਲੇ ਤੱਕ ਪ੍ਰਦੂਸ਼ਣ ਪੈਦਾ ਕਰਤਾ। ਅਸੀਂ ਛੋਟੇ ਸੀ, ਵੇਈ ਵਗਦੀ 'ਚ, ਚੋਹ ਵਗਦੀ 'ਚ ਤਾਂਬੇ ਦਾ ਸਿੱਕਾ ਸੁੱਟ ਕੇ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਸੀ ਹੇਠਾਂ ਰੇਤ ਤੇ ਪਿਆ ਦਿਸਦਾ। ਅੱਜ ਵੇਈਆਂ ਤੋਂ ਚੋਹਾਂ ਦੇ ਵਿੱਚ ਤੁਸੀਂ ਜਗਦੀ ਟਾਰਚ ਸੁੱਟਦੇ ਹੋ, ਬਲਬ ਸੁੱਟਦੇ ਹੋ, ਦਿਸਦਾ ਨਹੀਂ, ਕਿਉਂਕਿ ਇੰਨਾ ਗੰਦ ਵਗਦਾ। ਇਹ ਮੇਰੀ ਪੀੜ੍ਹੀ ਦੇ ਲੋਕਾਂ ਨੇ ਵਗਾਇਆ। ਨਹੀਂ ਸੀ ਆਖਿਆ ਕਿ ਬਤਾਊ ਨਾ ਖਾਈ, ਬੈਂਗਣ ਨਾ ਖਾਈ, ਇਹਦੇ ਵਿੱਚ ਕੈਮੀਕਲ ਹੁੰਦਾ ਹੈ। ਹੁਣ ਮੈਂ ਆਰਮੀ ਵਾਲਿਆਂ ਦੇ ਡਾਈਟੀਸ਼ੀਅਨ ਦੇ ਉਹਨਾਂ ਦੇ ਰਿਫਰੈਸ਼ਰ ਕੋਰਸ ਦੇ ਦਿਨਾਂ 'ਚ ਗਿਆ ਤੇ ਉਹਨਾਂ ਦੇ ਡਾਈਟੀਸ਼ੀਅਨ ਨੇ, ਆਰਮੀ ਦੇ ਨੇ ਆਖਿਆ ਕਿ ਅਸੀਂ ਸਾਰਿਆਂ ਨੂੰ ਇਹ ਸੁਜੈਸਟ ਕਰਦੇ ਹਾਂ ਬਾਜ਼ਾਰ ਜਾਣਾ, ਵੇਖ ਕੇ ਬੈਂਗਣ ਉਹ ਚੁੱਕਿਓ ਜਿਹਨੂੰ ਕੀੜਾ ਲੱਗਾ ਹੋਵੇ, ਕੀੜੇ ਵਾਲਾ ਹਿੱਸਾ ਕੱਟ ਦਿਓ, ਬਾਕੀ ਖਾ ਲਿਓ। ਜਿਹਨੂੰ ਕੀੜਾ ਨਹੀਂ ਲੱਗਾ ਉਹ ਸਿਰਫ ਕੈਮੀਕਲ ਹੈ। ਤੇ ਜਿਹੜੇ ਬੈਂਗਣ ਦੇ ਵਿੱਚ ਕੀੜਾ ਹੈ, ਜੋ ਕੀੜੇ ਨੂੰ ਜਿੰਦਾ ਰੱਖ ਸਕਦਾ ਤੇ ਤੁਹਾਨੂੰ ਵੀ ਰੱਖ ਲਏਗਾ, ਇਹ ਵੀ ਦਿਨ ਆਉਣੇ ਸੀ। ਮੈਂ ਬਚਪਨ ਦੇ ਵਿੱਚ ਇਹ ਸੁਣਦਾ ਸੀ ਫਲਾਨਾ ਬੜਾ ਬੇਈਮਾਨ ਹੈ, ਫਿਰ ਲੋਕਾਂ ਨੇ ਕਹਿਣਾ ਬੰਦ ਕਰਤਾ। ਹੁਣ 30 ਸਾਲਾਂ ਬਾਅਦ ਫਿਰ ਕਹਿਣ ਲੱਗੇ ਨੇ, ਤੇ ਹੁਣ ਇਹ ਨਹੀਂ ਕਹਿੰਦੇ ਫਲਾਨਾ ਬੜਾ ਬੇਈਮਾਨ ਹੈ, ਹੁਣ ਕਹਿੰਦੇ ਫਲਾਨਾ ਬੜਾ ਬੇਵਕੂਫ ਹੈ, ਅਜੇ ਵੀ ਇਮਾਨਦਾਰੀ ਨਾਲ ਚੰਬੜਿਆ ਪਿਆ। ਇਹ ਸਾਰਾ ਕੁਝ ਸਿਰ ਪਰ ਨੇ ਕਦੋਂ ਹੋਇਆ? ਉਦੋਂ ਹੋਇਆ ਜਦੋਂ ਮੇਰੀ ਪੀੜ੍ਹੀ ਵਿਕਾਸ ਕਰ ਰਹੀ ਸੀ। ਜੇ ਇਹ ਸਾਰੇ ਦੌਰ 'ਚ ਹੋਇਆ, ਮੈਂ ਬਾਕੀ ਸਾਰਿਆਂ ਦੇ ਨੁਕਸ ਕੱਢਾਂ, ਨੁਕਸਾਂ 'ਚ ਮੈਂ ਭਾਈਵਾਲ ਨਹੀਂ। ਜਦੋਂ ਇਹਨਾਂ 30-35 ਸਾਲਾਂ 'ਚ ਆ ਸਾਰੇ ਗੁਨਾਹ ਹੋਏ ਨੇ, ਔਰ ਇਹ ਗੁਨਾਹ ਤੁਹਾਡੇ ਖਿਲਾਫ ਅਸੀਂ ਕੀਤੇ ਨੇ, ਮੇਰੀ ਪੀੜ੍ਹੀ ਨੇ ਕੀਤੇ ਨੇ। ਮੇਰੀ ਪੀੜ੍ਹੀ ਦੇ ਲੋਕ ਜਦੋਂ ਇਹ ਪਾਪ ਕਰਦੇ ਪਏ ਸੀ, ਇਹਦੇ ਵਿੱਚ 0.1%, 0.01%, 0.0001% ਕੁਝ ਨਾ ਕੁਝ ਹਿੱਸਾ ਤੇ ਗੁਨਾਹ ਕਰਨ ਦੇ ਵਿੱਚ ਮੇਰਾ ਵੀ ਹੈਗਾ ਨਾ। ਇਸ ਕਰਕੇ ਜਦੋਂ ਮੈਂ ਤੁਹਾਡੇ ਕੋਲ ਆਉਣਾ, ਮੈਂ ਤੁਹਾਨੂੰ ਨਹੀਂ ਵੇਖਦਾ, ਮੈਂ ਤੁਹਾਡੇ ਵਿੱਚੋਂ ਆਪਣੇ 2 ਬੱਚੇ ਵੇਖਦਾ। ਮੈਂ ਉਦੋਂ ਸੋਚਦਾ ਕਿ ਇਸ ਪੀੜ੍ਹੀ ਦੇ ਵਾਸਤੇ ਅਸੀਂ ਛੱਡਿਆ ਕੀ, ਅਸੀਂ ਇਸ ਵਿਰਾਸਤ ਨੂੰ ਬਹੁਤ ਖਰਾਬ ਕਰਤਾ। ਇਸੇ ਗੱਲ ਤੇ ਆ ਕੇ ਮੈਂ ਆਪਣੀ ਗੱਲ ਖਤਮ ਕਰਨੀ ਹੈ ਕਿ ਬੇਟਾ ਕੋਸ਼ਿਸ਼ ਕਰਿਓ ਕਿ ਜਿੰਨਾ ਕੁ ਹੋ ਸਕੇ ਸਮਾਜ ਦਾ ਗੰਦ ਸਾਫ਼ ਕੀਤਾ ਜਾ ਸਕੇ। ਤੇ ਸਾਡੇ ਵਿੱਚੋਂ ਜਿਹੜੇ ਕਹਿੰਦੇ ਮੈਥੋਂ ਨਹੀਂ ਕੀਤਾ ਜਾਣਾ, ਮੇਰੇ ਕੋਲ ਟਾਈਮ ਨਹੀਂ, ਮੇਰੀ ਸਮਰੱਥਾ ਨਹੀਂ,
ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਬੇਟਾ ਸਾਫ਼ ਕਰਿਓ, ਇਸ ਕਰਕੇ ਸਾਫ਼ ਕਰਿਓ ਕਿ ਅਸੀਂ ਕਿਸੇ ਦੇ ਕਰਜ਼ਦਾਰ ਆ। ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਥਾਣੇ 'ਚ ਝੂਠ ਬੋਲ ਲਈਦਾ, ਅਦਾਲਤ ਵਿੱਚ ਨਹੀਂ ਬੋਲੀਦਾ, ਸਹੁੰ ਖਾਣੀ ਪੈਂਦੀ ਹੈ। ਹੁਣ ਲੋਕੀ ਅਦਾਲਤ ਵਿੱਚ ਗੁਟਕੇ ਤੇ ਹੱਥ ਰੱਖ ਕੇ, ਗੀਤਾ ਤੇ ਹੱਥ ਰੱਖ ਕੇ ਸਹੁੰ ਖਾ ਕੇ ਝੂਠ ਬੋਲਦੇ, ਫਿਰ ਕਹਿੰਦੇ ਪੰਚਾਇਤ 'ਚ ਨਹੀਂ ਝੂਠ ਬੋਲੀਦਾ, ਬੋਲਣ ਲੱਗ ਪਿਆ। ਫਿਰ ਕਹਿੰਦੇ ਧਰਮ ਸਥਾਨ 'ਚ ਨਹੀਂ ਬੋਲੀਦਾ, ਅੱਜ ਕੱਲ੍ਹ ਧਰਮ ਸਥਾਨਾਂ ਵਿੱਚ ਵੀ ਝੂਠ ਬੋਲਿਆ ਜਾਣ ਲੱਗ ਪਿਆ। ਪਰ ਇੱਕ ਥਾਂ ਰਹਿ ਗਈ ਜਿੱਥੇ ਅਜੇ ਅਸੀਂ ਝੂਠ ਨਹੀਂ ਬੋਲ ਸਕਦੇ, ਉਹ ਥਾਂ ਕਿਹੜੀ ਹੈ? ਕੱਲ ਸਵੇਰੇ ਜਦੋਂ ਮੈਂ ਸੁੱਤਾ ਉੱਠਾਂਗਾ, ਸਭ ਤੋਂ ਪਹਿਲਾਂ ਬਾਥਰੂਮ ਜਾ ਕੇ ਪਾਣੀ ਦੀ ਚੁਲੀ ਲੈ ਕੇ ਆਪਣੇ ਚਿਹਰੇ ਤੇ ਮਾਰਾਂਗਾ, ਫਿਰ ਮੈਂ ਸ਼ੀਸ਼ੇ ਉੱਤੇ ਝਾਕਾਂਗਾ। ਅੰਮ੍ਰਿਤ ਵੇਲੇ ਉਹ ਸ਼ੀਸ਼ੇ ਦੇ ਵਿੱਚੋਂ ਦੋ ਅੱਖਾਂ ਮੇਰੇ ਵੱਲ ਝਾਕਣਗੀਆਂ। ਉਹ ਦੋ ਅੱਖਾਂ ਮੇਰੇ ਸਰੀਰ ਦੀਆਂ ਅੱਖਾਂ ਨਹੀਂ, ਉਹ ਦੋ ਅੱਖਾਂ ਮੇਰੀ ਜ਼ਮੀਰ ਦੀਆਂ ਅੱਖਾਂ। ਮੈਂ ਸਾਰੀ ਦੁਨੀਆ ਦੇ ਕੋਲ ਝੂਠ ਬੋਲ ਸਕਦਾ। ਮੈਂ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਕੋਲ ਝੂਠ ਬੋਲ ਸਕਦਾ। ਮੈਂ ਡੋਨਾਲਡ ਟਰੰਪ ਤੇ ਵਲਾਦੀਮੀਰ ਪੁਤਿਨ ਦੇ ਕੋਲ ਝੂਠ ਬੋਲ ਸਕਦਾ। ਮੈਂ ਗੁਰਦੁਆਰੇ ਤੇ ਮੰਦਿਰ 'ਚ ਝੂਠ ਬੋਲ ਸਕਦਾ। ਪਰ ਜਦੋਂ ਉਹਨਾਂ ਦੋ ਅੱਖਾਂ ਨੇ ਆਖਿਆ, ਕੱਲ ਕੀ ਕੀਤਾ ਸੀ? ਮੈਂ ਉਹਨਾਂ ਦੋ ਅੱਖਾਂ ਦੇ ਸਾਹਮਣੇ ਝੂਠ ਨਹੀਂ ਬੋਲ ਸਕਦਾ, ਨਾ ਤੁਹਾਡੇ ਤੋਂ ਬੋਲਿਆ ਜਾਣਾ। ਜੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਕੱਲ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਆਪਣੀ ਜ਼ਮੀਰ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ, ਤੇ ਫਿਰ ਕੋਸ਼ਿਸ਼ ਕਰਿਓ ਅਸੀਂ ਗੰਦ ਸਾਫ਼ ਕਰੀਏ। ਤੇ ਜਿਹੜੇ ਤੁਹਾਡੇ ਚੋਂ ਕਹਿੰਦੇ ਆ ਕਿ ਅਸੀਂ ਗੰਦ ਸਾਫ਼ ਕਰਨ ਜੋਗੇ ਨਹੀਂ, ਸਾਡੇ ਕੋਲ ਵਕਤ ਨਹੀਂ, ਸਾਡੇ ਕੋਲ ਸਮਰੱਥਾ ਨਹੀਂ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਆਪੋ ਆਪਣੀ ਜ਼ਮੀਰ ਨਾਲ ਇੱਕ ਗੱਲ ਦਾ ਪਰਨ ਕਰੋ ਕਿ ਜੇ ਗੰਦ ਸਾਫ਼ ਕਰਨ ਜੋਗੇ ਨਹੀਂ ਤੇ ਅੱਜ ਤੋਂ ਬਾਅਦ ਤੁਹਾਡੇ ਚੋਂ ਕਿਸੇ ਦਾ ਨਾਂ ਗੰਦ ਪਾਉਣ ਵਾਲਿਆਂ 'ਚ ਨਹੀਂ ਹੋਣਾ ਚਾਹੀਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੁਣ ਲਈ ਜੇ। ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।